ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਹੋ ਟਲ ਗੁਰ ਸੇਵੀਐ, ਅਹਣ ਸੋ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੇ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾਂ। ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਏਤ ਊਤ ਨਹੀਂ ਵਿਛੜੈ, ਸੋ ਸੰਗੇ ਗਣੀਐ। ਬਿਨ ਸਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਣੀਐ। ਰਹਾਉ ਪ੍ਰਤਪਾਲੈ ਅਭਿਆਉ ਦੇ, ਕਛ ਊਣ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾਕਾ ਰੂਪ। ਜਪ ਜਪ ਕਰਹਿ ਆਨੰਦ ਜਨ, ਅਚਰਜ ਅਨੂਪ। ਸਾਮਤ ਦੇਹੁ ਦਿਆਲ ਪ੍ਰਭ, ਜਿਤ ਤੁਮੇ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਦਾ। ਸਾਮਤ ਦੇਹੁ ਦਿਆਲ ਪ੍ਰਭ, ਜਿਤ ਤੁਮੇ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪੰਜਵਾ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੁ ਨਾ ਜਾਏ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 677 ਅਤੇ 678 ਦੇ ਉੱਤੇ ਸਭਾਈਮਾਨ ਨੇ। ਸਤਿਗੁਰੂ ਜੀ ਨੇ ਅੱਜ ਜੋ ਬਖਸ਼ਿਸ਼ ਕੀਤੀ ਹੈ, ਸਾਨੂੰ ਉਪਦੇਸ਼ ਬਖਸ਼ਿਆ ਹੈ। ਇਸ ਹੁਕਮ ਦੇ ਰਾਹੀਂ ਸਮਝਾਉਣਾ ਕੀਤਾ ਕਿ ਗੁਰੂ ਕੇ ਸਿੱਖਾ ਬਸ ਇੱਕ ਗੁਰੂ ਤੇ ਭਰੋਸਾ ਕਰੀ। ਉਹ ਪਰਿਪੂਰਨ ਪਰਮਾਤਮਾ ਜੇ ਸਤਿਗੁਰੂ ਜੀ ਕਹਿੰਦੇ ਨੇ ਹਰ ਥਾਂ ਤੇ ਹੈ, ਤੇ ਫਿਰ ਉਹ ਹਰ ਥਾਂ ਤੇ ਹੈ। ਤੇ ਜਦੋਂ ਇਹ ਵਿਸ਼ਵਾਸ ਬਣ ਜੇ, ਇਹ ਭਰੋਸਾ ਬਣ ਜੇ, ਉਦੋਂ ਸਤਿਗੁਰੂ ਜੀ ਕਹਿੰਦੇ ਨੇ ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤਹੁ ਨਾ ਜਾਏ। ਕਿ ਜਿੱਥੇ ਜਿੱਥੇ ਵੀ ਵੇਖਣਾ ਹਰ ਥਾਂ ਤੇ ਰੱਬ ਹੈ। ਉਹ ਸਾਡੇ ਹਾਜ਼ਰਾ ਹਜ਼ੂਰ ਹੈ, ਸਾਡੇ ਹਰ ਵੇਲੇ ਹਾਜ਼ਰ ਨਾਜ਼ਰ ਹੈ, ਔਰ ਸਾਡੇ ਤੋਂ ਦੂਰ ਕਦੇ ਜਾਂਦਾ ਹੀ ਨਹੀਂ। ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਦੂਰ ਜਾਂਦਾ ਨਹੀਂ ਹੈ, ਸਾਡੇ ਨਾਲ। ਇਹ ਸਾਨੂੰ ਅਹਿਸਾਸ ਹੋਵੇ ਕਿਵੇਂ, ਇਹ ਯਕੀਨ ਬਣੇ ਕਿਵੇਂ। ਸਤਿਗੁਰੂ ਜੀ ਨੇ ਪਾਵਨ ਬਚਨ ਔਰ ਹਾਉ ਦੀਆਂ ਪੰਕਤੀਆਂ ਸਾਨੂੰ ਸਮਝਾਏ ਨੇ। ਕਹਿੰਦੇ ਗੁਰੂ ਕੇ ਸਿੱਖਾ ਯਕੀਨ ਤੂੰ ਬਣਾਉਣਾ ਹੈ। ਔਰ ਇਹ ਪਾਵਨ ਬਚਨ ਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਬਿਲਕੁਲ ਸੱਚ, ਅਟਲ ਨੇ ਕਿ ਏਤ ਊਤ ਨਹੀਂ ਵਿਛੜੈ, ਸੋ ਸੰਗੇ ਗਣੀਐ। ਕਿ ਦੇਖ ਸਿੱਖਾ ਸੰਸਾਰ ਵਿੱਚ ਆਪਣੇ ਸੰਗੀ ਤੂੰ ਬੜੇ ਬਣਾਏ। ਕਿਤੇ ਘਰਵਾਲੀ ਨੂੰ ਬਣਾਇਆ, ਕਿਤੇ ਧੀ ਨੂੰ, ਪੁੱਤਰ ਨੂੰ, ਮਾਂ ਨੂੰ, ਬਾਪ ਨੂੰ, ਭੈਣ ਭਰਾਵਾਂ, ਸਾਕ ਸੰਬੰਧੀਆਂ ਨੂੰ। ਪਰ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਭਾਈ, ਇਹ ਜਿਹੜੇ ਸੰਗੀ ਨੇ ਇਹ ਵੱਧ ਤੋਂ ਵੱਧ ਤੇਰਾ ਸੰਗ ਕਰ ਸਕਦੇ ਨੇ ਉਦੋਂ ਤੱਕ ਜਦੋਂ ਤੱਕ ਤੂੰ ਸਰੀਰ ਦੇ ਵਿੱਚ ਹੈ। ਵੱਧ ਤੋਂ ਵੱਧ ਸ਼ਮਸ਼ਾਨ ਘਾਟ ਤੱਕ ਲਿਜਾ ਸਕਦੇ ਨੇ। ਇਸ ਤੋਂ ਅੱਗੇ ਵੱਧ ਕੇ, ਜਿਹਨੂੰ ਆਪਾਂ ਅੰਤਿਮ ਅਰਦਾਸ ਕਹਿੰਦੇ ਆ, ਇਸ ਤੋਂ ਅੱਗੇ ਪੇਸ਼ ਜਾਂਦੀ ਨਹੀਂ। ਜੇ ਕੋਈ ਮਦਦ ਕਰਨਾ ਵੀ ਚਾਹੇ, ਸਾਥ ਦੇਣਾ ਵੀ ਚਾਹੇ, ਉਹ ਦੇ ਹੀ ਨਹੀਂ ਸਕਦਾ। ਇਹ ਤੂੰ ਊਤ ਨਹੀਂ ਵਿਛੜੈ, ਸੋ ਸੰਗੇ ਗਣੀਆਂ। ਭਾਈ ਅਸਲ ਵਿੱਚ ਸੰਗੀ ਉਹ ਹੈ ਕਿ ਜਿਹੜਾ ਇੱਥੇ ਵੀ ਸੰਸਾਰ ਵਿੱਚ ਰਹਿੰਦੇ ਵੀ ਵਿਛੜੇ ਨਾ, ਤੇ ਸੰਸਾਰ ਤੋਂ ਜਦੋਂ ਕੂਚ ਕਰਕੇ ਜਾਣਾ ਉਦੋਂ ਵੀ ਵਿਛੜੇ ਨਾ। ਔਰ ਅੱਖਰੀ ਅਰਥ ਜਿਹੜੇ ਨੇ ਬਿਲਕੁਲ ਸਰਲ ਨੇ। ਇਹ ਤੂੰ ਊਤ ਨਹੀਂ ਵਿਛੜੈ,
ਸੋ ਸੰਗੀ ਗਣੀਏ ਜਿਹੜਾ ਇੱਥੇ ਤੂੰ ਤੇ ਵਿਛੜੇ ਨਾ। ਪਰ ਜਗਤ ਦੇ ਲੋਕਾਂ ਨੇ ਸੰਗੀ ਜਿਨ੍ਹਾਂ ਨੂੰ ਸਮਝਿਆ ਤੇ ਉਹਨਾਂ ਦਾ ਸੰਗ ਕਰਦਿਆਂ ਕਰਦਿਆਂ ਜੀਵਨ ਬਹੁਤ ਕੁਝ ਉਹ ਕੀਤਾ ਜੀਵਨ ਵਿੱਚ ਜੋ ਕਰਨਾ ਨਹੀਂ ਸੀ ਚਾਹੀਦਾ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਪਾਵਨ ਬਚਨ ਨੇ। ਤੇ ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੇ ਦੇਖੀ ਪ੍ਰੀਤ। ਇੱਕ ਤੇ ਪਾਵਨ ਬਚਨ ਇਹ ਹੈ, ਸਤਿਗੁਰੂ ਦਾ ਪਾਵਨ ਬਚਨ ਸੂਰਠ ਰਾਗ ਵਿੱਚ ਹੈ ਔਰ ਵਾਰਾਂ ਤੇ ਵਿਦੇਕ ਵਿੱਚ ਬੇਨਤੀ ਬਚਨ ਕੀਤੇ ਨੇ ਕਿ ਸੰਸਾਰ ਦੇ ਵਿੱਚ ਪ੍ਰੀਤ ਵੇਖੀ ਪਰ ਸੰਸਾਰ ਦੀ ਪ੍ਰੀਤ ਬਿਲਕੁਲ ਝੂਠੀ ਹੈ। ਔਰ ਆਪਣੇ ਤਜਰਬੇ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਜਗਤ ਮੈਂ ਝੂਠੇ ਦੇਖੀ ਪ੍ਰੀਤ। ਤੇ ਕਿਵੇਂ ਦੀ ਪ੍ਰੀਤ ਝੂਠੀ ਜੀ? ਕਹਿੰਦੇ ਮੇਰੋ ਮੇਰੋ ਸਭੋ ਕਹਿਤ ਹੈ ਹਿਤ ਸਿਓ ਬੰਧਿਓ ਚੀਤ। ਇਹ ਪ੍ਰੀਤ ਜਿਹੜੀ ਕਰਨ ਵਾਲੇ ਸਾਰੇ ਕਹਿੰਦੇ ਨੇ ਮੇਰਾ ਹੈ, ਮੈਂ ਇਹਦਾ ਹਾਂ, ਇਹ ਮੇਰਾ ਹੈ। ਪਰ ਅਸਲ ਵਿੱਚ ਪ੍ਰੀਤ ਆਪਣੇ ਹਿੱਤ ਕਰ ਗਈ ਹੈ। ਜਦੋਂ ਤੱਕ ਉਹਦੇ ਹਿੱਤਾਂ ਦੀ ਪੂਰਤੀ ਕਰਦਾ ਰਹੇਗਾ ਉਦੋਂ ਤੱਕ ਸੱਚਮੁੱਚ ਉਹ ਤੇਰਾ ਹੈ। ਤੇ ਜਿੱਦਣ ਪੂਰਤੀ ਕਰਨ ਜੋਗਾ ਨਾ ਰਿਹਾ ਉਦਣ ਕਹਿਣਾ ਨਹੀਂ ਇਹ ਸਾਡਾ ਨਹੀਂ। ਜਿੱਦਣ ਪੂਰਤੀ ਕਰਨ ਜੋਗਾ ਨਾ ਰਿਹਾ, ਜਿੱਦਣ ਸਵਾਸ ਵਿੱਚੋਂ ਨਿਕਲ ਗਏ ਉਦਣ ਉਹ ਜਿਹੜੀ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲੱਗ ਗਈ। ਪ੍ਰੀਤ ਉਹ ਵੀ ਕਹਿੰਦੇ ਸੀ ਬੜੀ ਸੀ, ਪਰ ਅੱਜ ਕਹਿੰਦੇ ਜਦੋਂ ਸਰੀਰ ਹੀ ਸਾਥ ਛੱਡ ਗਿਆ ਤੇ ਘਰ ਵਾਲੀ ਨੇ ਕਿੱਥੋਂ ਸਾਥ ਦੇਣਾ? ਉਹ ਤੋਂ ਪੂਤ ਪੂਤ ਕਰ ਪੱਕ ਗਈ ਕਿ ਹੁਣ ਪਵਿੱਤਰ ਹੋ ਗਏ, ਛੇਤੀ ਕੱਢੋ। ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੇ ਦੇਖੇ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ। ਦੇਖੋ ਕਈ ਵਾਰੀ ਇਹ ਆਪਣੇ ਤਕਰੀਬਨ ਸਭ ਦੇ ਨਾਲ ਵਾਪਰੀ ਹੁੰਦੀ ਹੈ, ਤਜਰਬਾ ਸਭ ਦਾ ਹੁੰਦਾ, ਆਪਣਾ ਨਹੀਂ ਕਿਸੇ ਹੋਰ ਰਿਸ਼ਤੇਦਾਰ ਦਾ, ਭੈਣ ਭਰਾਵਾਂ ਦਾ, ਕਿ ਫਲਾਣੇ ਰਿਸ਼ਤੇਦਾਰ ਦਾ ਭੈਣ ਭਰਾ ਦਾ ਇੰਨਾ ਕੀਤਾ ਪਰ ਉਹਨਾਂ ਕਦਰ ਨਹੀਂ ਜਾਣੀ। ਕਿਉਂਕਿ ਕਦਰ ਜਾਣਨ ਕਿਵੇਂ? ਹੁਣ ਕਰਦਾ ਨਹੀਂ ਨਾ, ਹੁਣ ਦਿੰਦਾ ਨਹੀਂ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦੂਰ ਦੀ ਰਿਸ਼ਤੇਦਾਰੀ ਦੇ ਤਾਂ ਗੱਲ ਛੱਡ, ਜਿਹੜੀ ਤੇਰੀ ਖੁਦ ਦੀ ਘਰ ਵਾਲੀ ਹੈ ਜਾਂ ਘਰ ਵਾਲਾ ਹੈ, ਧੀ ਹੈ, ਪੁੱਤਰ ਹੈ, ਜਿਹਨੂੰ ਸਭ ਤੋਂ ਨਜ਼ਦੀਕੀ ਕਹਿੰਦਾ ਹੈ, ਜਿੱਦਣ ਤੂੰ ਇਹਨਾਂ ਦੀ ਪੂਰਤੀ ਬੰਦ ਕਰ ਦਿੱਤੀ ਕਰਨੀ, ਇਹਨਾਂ ਨੂੰ ਦੇਣਾ ਬੰਦ ਕਰ ਦਿੱਤਾ, ਪ੍ਰੀਤ ਇਹਨਾਂ ਦਾ ਵੀ ਸਾਹਮਣੇ ਆ ਜਾਣੀ ਹੈ ਔਰ ਆਉਂਦੀ ਹੈ। ਕਿਉਂਕਿ ਜਿਹੜੇ ਬਿਰਧ ਆਸ਼ਰਮ ਖੁੱਲ੍ਹੇ ਨੇ ਪ੍ਰੀਤ ਸਾਹਮਣੇ ਆਉਂਦੀ ਹੈ ਨਾ, ਕਿ ਹੁਣ ਬੇਬੇ ਬਾਪੂ ਦੇਣ ਜੋਗਾ ਕੁਛ ਨਹੀਂ, ਕਰਨ ਜੋਗੇ ਕੁਛ ਨਹੀਂ, ਵਾਧੂ ਦਾ ਭਾਰ ਨੇ, ਹੁਣ ਕੱਢ ਕੇ ਬਾਹਰ ਸੁੱਟੋ। ਹੁਣ ਆਸ਼ਰਮ ਖੁੱਲ੍ਹੇ ਨੇ ਉੱਥੇ ਛੱਡ ਆਓ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਜਗਤ ਮੈਂ ਝੂਠੇ ਦੇਖੀ ਪ੍ਰੀਤ ਆਪਣੇ ਹੀ ਸੁਖ ਸੋ ਸਭ ਲਾਗੇ। ਕਿਆ ਦਾਰਾ ਕਿਆ ਮੀਤ। ਦਾਰਾ ਘਰ ਵਾਲੀ, ਤੇ ਘਰ ਵਾਲੀ ਦਾ ਮਤਲਬ ਸਿਰਫ ਘਰ ਵਾਲੀ ਨਹੀਂ, ਘਰ ਵਾਲੀ ਹੋਵੇ ਜਾਂ ਘਰ ਵਾਲਾ ਹੋਵੇ, ਮਿੱਤਰ ਹੋਵੇ, ਪੁੱਤ ਹੋਵੇ, ਧੀ ਹੋਵੇ, ਸਾਰੇ ਆਪਣੇ ਹਿੱਤ ਕਰਕੇ ਜੁੜੇ ਹੋਏ ਨੇ। ਔਰ ਸਤਿਗੁਰੂ ਕਹਿੰਦੇ ਨੇ ਚੇਤੇ ਰੱਖੀ ਅੰਤ ਕਾਲ ਸੰਗੇ ਨਹਿ ਕੋ। ਇਹ ਅਚਰਜ ਹੈ ਰੀਤ, ਰੱਬ ਦੀ ਰੀਤ ਬਣਾਈ ਹੋਈ ਮਰਿਆਦਾ ਹੀ ਇਹ ਹੈ, ਬੜੀ ਹੈਰਾਨ ਕਰਨ ਵਾਲੀ ਹੈ। ਇਕੱਲੀ ਤੇਰੇ ਨਾਲ ਨਹੀਂ, ਇਹਨਾਂ ਵਿੱਚੋਂ ਅੰਤ ਵੇਲੇ ਤੇਰਾ ਕੋਈ ਸਾਥ ਦੇ ਸਕਦਾ ਹੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਅੰਤ ਕਾਲ ਸੰਗੇ ਨਹਿ ਕੋ। ਇਹ ਅਚਰਜ ਹੈ ਰੀਤ ਮਨ ਮੂਰਖ ਅਜਹੁ ਨਹਿ ਸਮਝਤ। ਸਿੱਖ ਦਾ ਹਾਰਿਓ ਨੀਤ, ਨਿਤ ਸਿੱਖਿਆ ਦੇ ਰਿਹਾ ਪਰ ਮੂਰਖ ਮਨਾ ਤੂੰ ਹਜੇ ਤੱਕ ਸਮਝੇ ਹੀ ਨਹੀਂ। ਦੇਖੋ 70 ਸਾਲ ਹੋ ਗਏ, 90 100 ਸਾਲ ਤੱਕ ਪਹੁੰਚ ਗਏ। ਪੂਰੇ ਸਿੱਖੇ ਇਹਨਾਂ ਨੂੰ ਨਿਤ ਸਿੱਖਿਆ ਮਿਲਦੀ ਹੈ, ਕਥਾ ਰਾਹੀਂ, ਕੀਰਤਨ ਰਾਹੀਂ, ਪਾਠ ਰਾਹੀਂ, ਵੱਡੇ ਵੱਡੇ ਰਹਿਣ ਸਬਾਈ, ਨਗਰ ਕੀਰਤਨ। ਇਹ ਜੋ ਕੁਛ ਸੁਣਨਾ ਹੈ, ਜੋ ਕੁਛ ਸੁਣਾਉਣਾ ਹੈ, ਸਾਰਾ ਕੁਛ ਮਨ ਨੂੰ ਸਮਝਾਉਣ ਵਾਸਤੇ ਹੈ ਨਾ। ਪਰ ਮਨਾ ਮੂਰਖਾ ਤੋਂ ਹਜੇ ਵੀ ਸਮਝਿਆ ਨਹੀਂ, ਇੰਨਾ ਕੁਛ ਚੱਲਦਾ ਹੈ। ਪਰ ਇਹ ਸਾਰਾ ਕੁਛ ਹੈ ਤੇ ਮਨ ਨੂੰ ਸਮਝਾਉਣ ਵਾਸਤੇ ਸੀ। ਔਰ ਸਾਡੇ ਵਰਗਿਆਂ ਨੇ ਦੁਕਾਨ ਬਣਾ ਲਈ ਕਿ ਪੜ੍ਹਨਾ ਹੈ, ਯਾਦ ਕਰਨਾ ਹੈ,
ਤੇ ਪੜ੍ਹ ਪੜ੍ਹ ਕੇ ਯਾਦ ਕਰ ਕਰਕੇ ਸਿਰਫ ਸੁਣਾਉਣਾ ਹੈ। ਪੂਰੇ ਪਾਵਨ ਬਚਨ ਮੇਰੇ ਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਕਿ ਸੁਣਨ ਵਾਲਿਆਂ ਨੇ ਵੀ ਕੇਵਲ ਵਪਾਰ ਬਣਾ ਲਿਆ ਔਰ ਸੁਣਾਉਣ ਵਾਲੇ ਨੇ ਤੇ ਵਪਾਰ ਬਣਾਇਆ ਹੀ। ਕਿਵੇਂ? ਸਤਿਗੁਰੂ ਜੀ ਕਹਿੰਦੇ ਨੇ ਵੇਦ ਪੁਕਾਰੈ ਪੰਡਤ ਮੁਖ ਤੇ ਪੰਡਤ ਦਰਥ ਵਿਦਵਾਨ। ਬੜੀ ਕਥਾ ਕਰਦਾ, ਕਹਿੰਦੇ ਹਜ਼ਾਰਾਂ ਲੋਕ ਕੀਲ ਕੇ ਬਿਠਾ ਦਿੰਦਾ ਹੈ। ਮੁੱਖ ਤੋਂ ਕਥਾ ਕਰਦਾ, ਬੜੀ ਸੋਹਣੀ ਕਰਦਾ ਹੈ, ਉੱਚੀ ਉੱਚੀ ਬੋਲ ਕੇ ਉਹਨਾਂ ਵੇਦਾਂ ਪੁਰਾਣਾਂ ਦਾ ਗ੍ਰੰਥਾਂ ਦਾ ਹਵਾਲਾ ਦਿੰਦਾ ਹੈ। ਕਹਿੰਦੇ ਵੇਦ ਪੁਕਾਰੈ ਮੁਖ ਤੇ ਪੰਡਿਤ ਕਾਮਾ ਮਨ ਕਾ ਮਾਠਾ। ਹੁਣ ਇੱਥੇ ਕਾਮਾਂ ਦਾ ਅਰਥ ਕਮਾਉਣ ਦੀ ਵਾਰੀ। ਜਦੋਂ ਇਹਨਾਂ ਬਚਨਾਂ ਨੂੰ ਜਿਹੜੇ ਪੜ੍ਹ ਪੜ੍ਹ ਕੇ ਸੁਣਾਏ, ਜਦੋਂ ਉਹਨਾਂ ਨੂੰ ਕਮਾਉਣਾ ਸੀ, ਉਹਨਾਂ ਤੇ ਪਹਿਰਾ ਦੇਣਾ ਸੀ, ਉਦੋਂ ਆਪਣੇ ਆਪ ਤੇ ਢਿੱਲਾ ਮੱਠਾ ਹੋ ਗਿਆ ਕਿ ਨਹੀਂ ਕਹਿਣਾ ਤਾਂ ਠੀਕ ਹੈ, ਕਹਿਣਾ ਤਾਂ ਸੌਖਾ ਹੈ, ਪਰ ਕਮਾਉਣਾ ਬੜਾ ਔਖਾ ਹੈ। ਸਮਝ ਵੀ ਆ ਗਈ, ਸੁਣਾ ਵੀ ਦਿੱਤਾ, ਸਮਝ ਆ ਗਈ, ਸੁਣ ਕੇ ਸਮਝ ਆ ਗਈ, ਸੁਣ ਵੀ ਲਿਆ, ਪਰ ਜਦੋਂ ਕਮਾਉਣਾ ਕਹਿੰਦੇ ਉਦੋਂ ਕਾਮਾ ਮਨ ਕਾ ਮੱਠਾ, ਮੱਠਾ ਮੱਠਾ, ਢਿੱਲਾ ਢਿੱਲਾ, ਜਿਹਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਹੋਰ ਵੀ ਬਾਣੀ ਦੇ ਵਿੱਚ ਕਹੇ ਨੇ ਕਿ ਲਾਹੇ ਕੋ ਤੂੰ ਢਿੱਲਾ ਢਿੱਲਾ, ਟੋਟੇ ਕੋ ਬੇਗ ਧਾਇਆ। ਜਿੱਥੋਂ ਲਾਹਾ ਮਿਲਣਾ, ਜਿੱਥੋਂ ਸਦੀਵੀ ਸੁੱਖ ਮਿਲਣਾ, ਸੱਚਾ ਲਾਹਾ ਮਿਲਣਾ, ਉੱਥੇ ਢਿੱਲਾ ਮੱਠਾ ਕਿ ਨਹੀਂ ਫਿਰ ਕੱਲ੍ਹ ਤੋਂ ਸ਼ੁਰੂ ਕਰਾਂਗੇ। ਸਹਿਜ ਪਾਠ ਦੀ ਸਮਝ ਲੱਗ ਗਈ ਕਿ ਕਰਨਾ ਚਾਹੀਦਾ, ਸਿੱਖ ਲਈ ਜ਼ਰੂਰੀ ਹੈ, ਫਿਰ ਕੱਲ੍ਹ ਤੋਂ ਸ਼ੁਰੂ ਕਰਾਂਗੇ, ਉੱਥੇ ਢਿੱਲਾ ਮੱਠਾ। ਪਰ ਟੋਟੇ ਕੋ ਬੇਗ ਧਾਇਆ, ਕਿਸੇ ਦੀ ਨਿੰਦਿਆ ਹੋਈ ਹੁੰਦੀ ਹੋਵੇ, ਸੁਣ ਕੇ ਭੱਜ ਕੇ ਜਾਂਦਾ ਹੈ। ਝਗੜਾ ਹੁੰਦਾ ਹੋਵੇ, ਭੱਜ ਕੇ ਵੇਖਣ ਵਾਸਤੇ ਜਾਂਦਾ, ਛਡਾਉਣ ਵਾਸਤੇ ਨਹੀਂ। ਉੱਥੇ ਸ਼ੇਰ ਬਣਦਾ ਹੈ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਬੁਰੇ ਕੰਮ ਲਈ ਸ਼ੇਰ ਬਣਦਾ ਹੈ। ਨਹੀਂ ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਇਆ, ਭਾਈ ਉਸ ਰੱਬ ਨੂੰ, ਪਰਮੇਸ਼ਰ ਨੂੰ ਮਿਲਣਾ ਹੈ। ਇਹ ਲਾਹਾ ਅਸਲ ਵਿੱਚ ਇਹੀ ਹੈ। ਸਾਡਾ ਸਦੀਵੀ ਮਿੱਤਰ ਉਹੀ ਹੈ ਜਿਹੜਾ ਏ ਤੂਤ ਨਹੀਂ ਵਿਛੜਾ, ਪਰ ਉਹ ਹੈ ਕਿੱਥੇ, ਉਹ ਰਹਿੰਦਾ ਕਿੱਥੇ ਹੈ? ਭਾਵੇਂ ਗੁਰੂ ਸਾਹਿਬ ਜੀ ਸਾਰੀ ਬਾਣੀ ਸਾਨੂੰ ਰੋਜ਼ ਸਮਝਾਉਂਦੀ, ਬੜਾ ਸੁਣਿਆ, ਪਰ ਸਵਾਲ ਸਾਡਾ ਫਿਰ ਵੀ ਹੈ ਕਿ ਰੱਬ ਕਿੱਥੇ ਰਹਿੰਦਾ ਹੈ? ਇੱਕ ਵਿਦਵਾਨ ਨੇ ਬੜੇ ਸੋਹਣੇ ਬੋਲ ਲਿਖੇ ਨੇ ਤੇ ਉਹਨੇ ਦੋਵਾਂ ਦਾ ਜ਼ਿਕਰ ਕੀਤਾ। ਇੱਕ ਤੇ ਜਿਹੜੇ ਬਿਲਕੁਲ ਨਾਸਤਿਕ ਹੋ ਗਏ, ਕੋਈ ਰੱਬ ਨਹੀਂ, ਕਿੱਥੇ ਹੈ ਰੱਬ? ਤੇ ਦੂਜੇ ਉਹ ਜਿਨ੍ਹਾਂ ਨੇ ਰੱਬ ਨੂੰ ਸੁਣਿਆ ਸੀ ਕਿ ਰੱਬ ਹੈ, ਪਰ ਉਹਨੂੰ ਲੱਭਣਾ ਪਏਗਾ, ਖੋਜ ਕਰਨੀ ਪਏਗੀ। ਉਹ ਖੋਜ ਕਰਦੇ ਕਰਦੇ ਸਗੋਂ ਨਾਸਤਿਕ ਹੋ ਗਏ ਕਿ ਰੱਬ ਤੇ ਮਿਲੇ ਹੀ ਨਹੀਂ, ਹੈ ਹੀ ਨਹੀਂ ਦਾ ਮਤਲਬ ਹੈ ਹੀ ਨਹੀਂ। ਕਿਉਂਕਿ ਜੇ ਆਪਣੀ ਖੋਜ ਸਿਰੇ ਨਹੀਂ ਚੜੀ ਤੇ ਕਹਿ ਦਿੱਤਾ ਹੈ ਹੀ ਨਹੀਂ। ਹੁਣ ਉਸ ਬੁਝਾਰਤ ਦੇ ਵਿੱਚ ਉਸ ਵਿਦਵਾਨ ਨੇ ਕਿਹਾ, ਇੱਕ ਉਹ ਹੈ ਕਿ ਜਿਹੜਾ ਬਿਲਕੁਲ ਨਾਸਤਿਕ ਹੋ ਗਿਆ, ਉਹ ਤੇ ਗੱਲ ਕਹਿੰਦਾ ਹੈ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਔਰ ਖਿਮਾ ਕਰਨਾ, ਕਿਤੇ ਨਾ ਕਿਤੇ ਉਸ ਵਿਦਵਾਨ ਦੀ ਗੱਲ ਹੈ ਵੀ ਸੱਚੀ ਕਿ ਰੱਬ ਨੂੰ ਗੋਰਖ ਧੰਦਾ ਅਸੀਂ ਬਣਾ ਨਹੀਂ ਦਿੱਤਾ ਕਿ ਤੁਸੀਂ ਪੈਸੇ ਦੇ ਦਿਓ, ਪਾਠ ਅਸੀਂ ਕਰ ਦੇਂਗੇ, ਬਸ ਤੁਸੀਂ ਭੋਗ ਦੇ ਟਾਈਮ ਆ ਜਾਓ, ਪੈਸੇ ਤੁਸੀਂ ਦੇ ਦਿਓ, ਅਖੰਡ ਪਾਠਾਂ ਦੀ ਲੜੀ ਪਾਠੀ ਕਰਦੇ ਰਹਿਣਗੇ, ਉਹਨਾਂ ਪਾਠ ਰੱਖੇ ਹੋਏ ਨੇ। ਇਹ ਗੋਰਖ ਧੰਦਾ ਬਣਾ ਦਿੱਤਾ ਗਿਆ। ਔਰ ਖੈਰ ਉਹ ਵਿਦਵਾਨ ਕਹਿੰਦਾ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ ਹੈ, ਗੋਰਖ ਧੰਦਾ ਹੀ ਬਣਿਆ ਗਿਆ ਹੈ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਪੇਚ ਇਸ ਦੇ ਖੋਲਣ ਲੱਗਿਆ, ਕਾਫਰ ਹੋ ਜੇ ਬੰਦਾ। ਹੈ ਤੇ ਗੁੰਝਲਦਾਰ ਬੁਝਾਰਤ, ਔਰ ਜਦੋਂ ਖੋਜ ਕਰਦੇ ਕਰਦੇ ਤੇ ਪੇਜ ਖੋਲ੍ਹਦਾ ਹੈ, ਸਮਝ ਥੋੜ੍ਹੀ ਥੋੜ੍ਹੀ ਲੱਗਦੀ ਹੈ, ਫਿਰ ਕਾਫਰ ਵੀ ਹੋ ਜਾਂਦਾ ਹੈ। ਨਹੀਂ ਕਿੱਥੇ ਹੈ ਰੱਬ? ਪਰ ਉਹ ਵਿਦਵਾਨ ਕਹਿੰਦਾ ਦੇਖ, ਖੋਜ ਕਰਕੇ ਕਾਫਰ ਹੋ ਜਾਏਗਾ, ਇਹ ਡਰ ਨਾ ਜਾਈ ਕਿ ਕਾਫਰ ਹੋਣੋਂ ਡਰ ਕੇ ਬੀਬਾ, ਖੋਜੋ ਮੂਲ ਨਾ ਖੁੰਝੀ।
ਵੀ ਕਿਤੇ ਇਹ ਡਰ ਕੇ ਮੈਂ ਜੇ ਖੋਜਾਂਗਾ, ਅਰਥ ਪੜਾਂਗਾ, ਵਿਚਾਰ ਕਰਾਂਗਾ, ਸਮਝ ਆਏਗੀ ਮੈਂ ਤੇ ਕਾਫਰੀ ਹੋ ਜਾਣਾ ਹੈ। ਇਸ ਡਰ ਕਰਕੇ ਖੋਜਣਾ ਬੰਦ ਨਾ ਕਰੀ, ਕਿਉਂਕਿ ਸਾਨੂੰ ਤੇ ਗੁਰੂ ਦਾ ਹੁਕਮ ਵੀ ਹੈ ਨਾ। ਭਾਵੇਂ ਦੋਹਰਾ ਗਿਆਨੀ ਗਿਆਨ ਸਿੰਘ ਦਾ ਆਪਾਂ ਪੜ੍ਹਦੇ ਹਾਂ ਕਿ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੈ ਖੋਜਣਾ ਤੇ ਪੈਣਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਕਿਤੇ ਇਸ ਕਰਕੇ ਡਰ ਕੇ ਖੋਜਣੋਂ ਬੰਦ ਨਾ ਕਰਦੀ ਕਿ ਕਾਫਰ ਹੋ ਜਾਵਾਂਗਾ। ਤੇ ਜੇ ਇਸ ਖੋਜ ਨੂੰ ਦੁਨੀਆ ਦੇ ਲੋਕ ਕਾਫਰ ਕਹਿੰਦੇ ਵੀ ਨੇ, ਕਿਉਂਕਿ ਜੋ ਕੁਝ ਅਸੀਂ ਕਰਦੇ ਆਏ, ਵੱਡੇ ਵਡੇਰੇ ਕਰਦੇ ਆਏ ਕਿ ਅੱਗੇ ਅੱਗੇ ਪਾਣੀ ਛਿੜਕਣਾ ਹੈ, ਘੜਿਆਲ ਵਜਾਉਣਾ ਹੈ, ਇਹ ਮਰਿਆਦਾ ਹੈ, ਉਹ ਮਰਿਆਦਾ ਹੈ। ਤੇ ਜੇ ਕਿਸੇ ਨੂੰ ਸਮਝ ਲੱਗ ਗਈ ਕਿ ਵਿਸ਼ਵਾਸ ਤੇ ਸ਼ਰਧਾ ਨਾਲੋਂ ਵੱਧ ਕੇ ਕੋਈ ਮਰਿਆਦਾ ਨਹੀਂ, ਲੋਕਾਂ ਨੇ ਕਹਿ ਦਿੱਤਾ ਕਾਫਰ ਹੋ ਗਿਆ ਹੈ, ਇਹ ਮਰਿਆਦਾ ਨੂੰ ਨਹੀਂ ਮੰਨਦਾ। ਉੱਥੇ ਵਿਦਵਾਨ ਕਹਿੰਦਾ ਕਿ ਤੂੰ ਖੋਜ, ਜੇ ਤੈਨੂੰ ਸਮਝ ਆ ਜੇ ਲੋਕ ਕਾਫਰ ਕਹਿਣਗੇ ਤੇ ਬੇਸ਼ੱਕ ਕਹਿ ਦੇਣਾ। ਫਿਰ ਲੋਕਾਂ ਨਾਲੋਂ ਲਾਈ ਲੱਗ ਨਾਲੋਂ ਤੇ ਕਾਫਰ ਚੰਗਾ ਹੈ। ਜਿੱਥੇ ਉਹ ਕਹਿੰਦੇ ਨੇ ਕਿ ਕਾਫਰ ਹੋਣੋਂ ਡਰ ਕੇ ਬੇਭਾ, ਖੋਜੋ ਮੂਲ ਨਾ ਖੁੰਝੀ, ਲਾਏ ਲੱਗ ਮੂਮਣ ਨਾਲੋਂ ਖੋਜੀ ਕਾਫਰ ਚੰਗਾ। ਲਾਈ ਲੱਗ ਨਾਲੋਂ ਤੇ ਚੰਗਾ, ਲਾਈ ਲੱਗ ਤੇ ਭੇਡਾਂ ਦੀ ਤਰ੍ਹਾਂ ਨੇ ਕਿ ਇੱਕ ਭੇਡ ਜਿਹੜੇ ਪਾਸੇ ਗਈ, ਬਾਕੀ ਸਭ ਨੂੰ ਉਸ ਪਾਸੇ ਜਾਣਾ ਹੈ। ਖੋਜੀ ਨੂੰ ਲੋਕੀ ਕਾਫਰ ਕਹਿਣਗੇ, ਫਿਰ ਕਾਫਰ ਹੀ ਚੰਗਾ ਹੈ। ਉਹ ਕੋਈ ਨਾ ਕੋਈ ਸਮਝਦੇ ਰੱਖਦਾ ਹੈ। ਨਿਸ਼ਾਨ ਸਾਹਿਬ ਦੇ ਥੜੇ ਨੂੰ ਮੱਥਾ ਟੇਕਣਾ ਕੋਈ ਮਰਿਆਦਾ ਨਹੀਂ, ਸਾਰੇ ਟੇਕਦੇ ਨੇ। ਕਿਉਂ? ਵੇਖੋ ਵੇਖੀ ਜੇ ਦੂਜੇ ਨੇ ਟੇਕਿਆ ਮੈਂ ਪਿੱਛੇ ਕਿਉਂ ਰਵਾਂ। ਨਿਸ਼ਾਨ ਸਾਹਿਬ ਲੱਗਿਆ ਕਿਉਂ ਹੈ? ਨਿਸ਼ਾਨ ਸਾਹਿਬ ਗੁਰੂ ਘਰ ਦੇ ਵਿੱਚ ਉਹਦੀ ਮਹਾਨਤਾ ਕੀ ਹੈ ਕਿ ਸਾਨੂੰ ਖੋਜ ਕਰਨ ਦੀ, ਸਾਨੂੰ ਵਿਚਾਰਨ ਦੀ ਕਿਹੜੀ ਲੋੜ ਹੈ? ਕਿਉਂਕਿ ਸਾਰੇ ਮੱਥਾ ਟੇਕੀ ਜਾਂਦੇ ਨੇ, ਅਸੀਂ ਵੀ ਟੇਕੀ ਜਾਂਦੇ ਹਾਂ। ਪਰ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਭਾਈ ਖੋਜ ਵਿਚਾਰ ਕਰ। ਹੁਣ ਉੱਥੇ ਇੱਕ ਤੇ ਨਾਸਤਿਕ ਦੀ ਗੱਲ ਉਹਨੂੰ ਸਮਝਾਇਆ ਕਿ ਵੀ ਜਦੋਂ ਖੋਜ ਕੇ ਸਮਝ ਲੱਗ ਜੇ ਨਾ, ਤੇ ਫਿਰ ਉਹ ਸਮਝ ਦੇ ਵਿੱਚੋਂ ਨਿਕਲੀ ਹੋਈ ਗੱਲ ਉਹ ਕਹਿੰਦਾ ਹੈ ਕਿ ਦੁਨੀਆ ਦੇ ਲੋਕੋ, ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ। ਤੇ ਫਿਰ ਰੱਬ ਰਹਿੰਦਾ ਕਿੱਥੇ? ਸਾਡਾ ਸਵਾਲ ਤੇ ਫਿਰ ਵੀ ਉਹੀ ਸੀ। ਕਹਿੰਦੇ ਕੁਦਰਤ ਜਿੱਥੇ ਕੁਦਰਤ ਉੱਥੇ ਕਾਦਰ, ਪਰ ਕਦਰ ਨਾ ਜਾਣੇ ਬੰਦਾ। ਜਿੱਥੇ ਕਾਦਰ ਦੀ ਬਣਾਈ ਹੋਈ ਕੁਦਰਤ ਹੈ ਉੱਥੇ ਹੀ ਰੱਬ ਹੈ, ਹਰ ਥਾਂ ਤੇ ਰੱਬ ਹੈ। ਪਰ ਬੰਦੇ ਨੇ ਤੇ ਕੁਦਰਤ ਦੀ ਕਦਰ ਨਹੀਂ ਜਾਣੀ, ਰੱਬ ਦੀ ਕਦਰ ਨਹੀਂ ਜਾਣੀ। ਰੁੱਖ ਵੱਢ ਕੇ ਸਾਫ਼ ਕਰ ਦਿੱਤੇ, ਕਹਿ ਦਿੱਤਾ ਅਸੀਂ ਵਿਕਾਸ ਬੜਾ ਕਰ ਲਿਆ। ਤੇ ਹੁਣ ਜਦੋਂ ਗਰਮੀ ਦੇ ਵਿੱਚ ਹਾਏ ਹਾਏ ਕਰਦਾ, ਫਿਰ ਰੋਂਦਾ ਕਿ ਰੱਬ ਨੇ ਇੰਨੀ ਗਰਮੀ, ਇਹ ਮੀਂਹ ਇੰਨਾ ਪਿਆ, ਘੱਟ ਪਿਆ ਮੀਂਹ ਪਿਆ ਨਹੀਂ। ਦੋਸ਼ ਰੱਬ ਨੂੰ ਦਿੰਦਾ ਹੈ। ਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਭਾਈ ਨਹੀਂ, ਕਿਸੇ ਨੂੰ ਦੋਸ਼ ਨਹੀਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਕਰਮਾਂ ਆਪਣੇ, ਜੇ ਸਾਰਾ ਕੁਝ ਵਾਪਰਿਆ ਸਾਡੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੈ। ਕੁਦਰਤ ਦੀ ਕੀਮਤ ਅਸੀਂ ਨਹੀਂ ਜਾਣੀ, ਕਾਦਰ ਨੂੰ ਅਸੀਂ ਨਹੀਂ ਜਾਣਿਆ, ਕਦਰ ਜਾਣੀ ਹੋਈ ਨਹੀਂ। ਉਹ ਤੇ ਹਰ ਥਾਂ ਤੇ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਇਆ ਕਿੱਥੇ ਕਿੱਥੇ ਹੈ। ਕਹਿੰਦੇ ਜਹ ਜਹ ਪੇਖੋਂ ਤਹ ਹਜੂਰ, ਵੀ ਜਿੱਥੇ ਦੇਖੀਏ ਰੱਬ ਤੇ ਉੱਥੇ ਹੀ ਹਰ ਥਾਂ ਤੇ ਹੈ। ਪਰ ਇਹ ਨਜ਼ਰ ਕਿਹਨਾਂ ਨੂੰ ਆਏਗਾ ਜੀ? ਜਿਨ੍ਹਾਂ ਦੇ ਕੋਲ ਕੋਈ ਵਿਸ਼ਵਾਸ ਹੈ, ਸ਼ਰਧਾ ਹੈ, ਭਾਵਨਾ ਹੈ। ਖੋਜਣਾ ਜ਼ਰੂਰ ਹੈ, ਪਰ ਖੋਜ ਦੇ ਨਾਲ ਇੱਕ ਵਿਸ਼ਵਾਸ ਰੱਖਣਾ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਕੀਰਤਪੁਰ ਦੀ ਪਾਵਨ ਧਰਤੀ 'ਤੇ ਨੇ, ਉਹਨਾਂ ਦੇ ਕੋਲ ਇੱਕ ਸਿੱਖ ਆਇਆ। ਗੁਰੂ ਸਾਹਿਬ ਦੀ ਸਿਫਤ ਉਹਨੇ ਬੜੀ ਸੁਣੀ ਸੀ, ਪਰ ਉਹ ਵੀ ਸਾਡੇ ਵਰਗਾ ਅੰਦਰ ਬਿਨਾਂ ਸ਼ਰਧਾ ਭਾਵਨਾ ਤੋਂ, ਸ਼ਰਧਾ ਤੋਂ ਹੀਣਾ। ਗੁਰੂ ਘਰ ਦੇ ਵਿੱਚ ਆਇਆ, ਕਈ ਦਿਨ ਉਹ ਰਿਹਾ ਬਿਲਕੁਲ ਵਿਹਲਾ ਰਹਿਣਾ, ਕੰਮ ਕੋਈ ਨਾ ਕਰਨਾ। ਜੇ ਸਿੱਖਾਂ ਨੇ ਕੋਈ ਕਹਿਣਾ ਕਿ ਭਾਈ ਆ ਸੇਵਾ ਕਰਦੇ, ਕੋਈ ਭਾਂਡੇ ਫੜਾ ਦੇ, ਕੋਈ ਟਾਟ ਵਿਛਾ ਦੇ, ਕਿਤੇ ਲੱਕੜਾ ਲੈ ਆ, ਉਹਨੇ ਹਰ ਇੱਕ ਸਿੱਖ ਨੂੰ ਜਵਾਬ ਇੱਕ ਦੇਣਾ ਕਿ ਮੈਂ ਤੇ ਸੇਵਾਦਾਰ ਹਾਂ ਗੁਰੂ ਦਾ, ਕੰਮ ਨਹੀਂ ਕਰਨਾ। ਜਵਾਬ ਇਹ ਦੇਣਾ ਮੈਂ ਤੇ ਗੁਰੂ ਦਾ ਸੇਵਾਦਾਰ ਹਾਂ,
ਜਦੋਂ ਗੁਰੂ ਹੁਕਮ ਕਰਨਗੇ, ਗੁਰੂ ਕਹਿਣਗੇ ਸੇਵਾ ਮੈਂ ਤਾਂ ਹੀ ਕਰਨੀ, ਤੁਹਾਡਾ ਥੋੜੀ ਸੇਵਾਦਾਰ ਹਾਂ, ਤੁਹਾਡੇ ਕਹਿਣ ਨਾਲ ਸੇਵਾ ਥੋੜੀ ਕਰਨੀ ਹੈ। ਔਰ ਦੇਖੋ ਇਵੇਂ ਦਾ ਕਿਤੇ ਨਾ ਕਿਤੇ ਸਾਡੇ ਅੰਦਰ ਬਣੀ ਹੁੰਦੀ ਉਹ ਭਾਵਨਾ, ਜਦੋਂ ਲੰਗਰ ਦੇ ਵਿੱਚ ਬੈਠੇ ਹੋਏ ਨੂੰ ਜਾਂ ਆਉਣ ਵਾਲੇ ਨੂੰ ਧੱਕੇ ਮਾਰ ਕੇ ਪਰਾਂ ਕੀਤਾ ਜਾਂਦਾ ਨਾ, ਅੱਜ ਫਿਰ ਆ ਗਿਆ ਹੈ, ਤਾਂ ਉਹ ਸਾਨੂੰ ਲੱਗਦਾ ਕਿ ਅਸੀਂ ਸੇਵਾ ਕਰ ਰਹੇ ਹਾਂ। ਕਿਹਦੀ ਸੇਵਾ ਕਰ ਰਹੇ? ਕਹਿੰਦੇ ਅਸੀਂ ਤਾਂ ਗੁਰੂ ਦੀ ਸੇਵਾ ਕਰਨੀ ਹੈ। ਪਰ ਗੁਰੂ ਕਹਿੰਦੇ ਭਾਈ ਮਨੁੱਖ ਦੀ ਸੇਵਾ ਕਰ, ਸੰਗਤ ਦੀ ਸੇਵਾ ਕਰ। ਖੈਰ ਇਹਦੀ ਸ਼ਿਕਾਇਤ ਛੇਵੇਂ ਪਾਤਸ਼ਾਹ ਜੀ ਦੇ ਕੋਲ ਕੀਤੀ, ਸਤਿਗੁਰੂ ਜੀ ਕੰਮ ਕੋਈ ਨਹੀਂ ਕਰਦਾ, ਪਰ ਜਵਾਬ ਵੀ ਕੋਈ ਨਹੀਂ ਦਿੰਦਾ। ਕਹਿੰਦਾ ਮੈਂ ਸੇਵਾਦਾਰ ਹਾਂ, ਪਰ ਜਦੋਂ ਗੁਰੂ ਹੁਕਮ ਕਰਨਗੇ, ਗੁਰੂ ਬਚਨ ਕਹਿਣਗੇ, ਸੇਵਾ ਕਰਨੀ ਉਦੋਂ ਹੈ। ਔਰ ਸਤਿਗੁਰੂ ਦੇ ਇੱਕ ਪਾਵਨ ਬਚਨ ਵੀ ਹੈ। ਔਰ ਕਈ ਵਾਰੀ ਅੱਧਾ ਅਧੂਰਾ ਗਿਆਨ ਲੈ ਕੇ, ਅੱਧੀ ਪੰਕਤੀ ਲੈ ਕੇ ਅਸੀਂ ਆਪਣੇ ਆਪ ਤੇ ਟਿਕਾਈ ਜਾਂਦੇ ਹਾਂ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਗੁਰੂ ਸੰਤ ਦਾ ਬਚਨ ਕਮਾ ਲਵੇ ਤੇ ਉੱਥੇ ਪਾਵਨ ਬਚਨ ਨੇ ਉਹਦਾ ਪਾਰ ਉਤਾਰਾ ਹੁੰਦਾ ਹੈ ਕਿ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰਿਆ। ਔਰ ਉਹ ਸਿੱਖ ਵੀ ਇਵੇਂ ਦੀ ਭਾਵਨਾ ਅੰਦਰ ਰੱਖਦਾ ਕਿ ਗੁਰੂ ਸਾਹਿਬ ਜੀ ਕਹਿਣਗੇ, ਬਚਨ ਨੂੰ ਕਮਾ ਲਵਾਂਗੇ। ਸਤਿਗੁਰੂ ਜੀ ਹੱਸ ਪਏ, ਕਹਿੰਦੇ ਭਾਈ ਕੋਈ ਨਹੀਂ ਮੰਨਦਾ ਤੇ ਮੰਨੇਗਾ। ਗੁਰੂ ਸਾਹਿਬ ਨੇ ਸਗੋਂ ਨੂੰ ਆਵਾਜ਼ ਮਾਰੀ, ਪਿੱਛੇ ਬੈਠਾ ਭਾਈ ਸਿੱਖਾ ਅੱਗੇ ਆ ਜਾ, ਅੱਗੇ ਆ ਕੇ ਵਿਆਹ ਕਰ। ਔਰ ਕਈਆਂ ਨੇ ਇਤਰਾਜ਼ ਵੀ ਕੀਤਾ ਕਿ ਸਤਿਗੁਰੂ ਜੀ ਸੇਵਾ ਕੋਈ ਨਹੀਂ ਕਰਦਾ, ਕੰਮ ਕਰ ਕੋਈ ਨਹੀਂ ਕਰਦਾ, ਵਿਹਲਾ ਬੈਠਾ ਪ੍ਰਸ਼ਾਦਾ ਛਕਦਾ, ਤੁਸੀਂ ਅੱਗੇ ਬਿਠਾਉਂਦੇ ਹੋ। ਔਰ ਅੱਗੇ ਬੈਠਣ ਦੇ ਤੇ ਸਾਡੀ ਇਹ ਕਹਿ ਲਈਏ ਕਿ ਕੋਈ ਹੋੜ ਲੱਗੀ ਹੁੰਦੀ ਹੈ ਕਿ ਘੱਟੋ ਘੱਟ ਨਹੀਂ ਮੈਂ ਪ੍ਰਧਾਨ ਬਣਾ, ਜੇ ਪ੍ਰਧਾਨ ਨਹੀਂ ਤੇ ਮੈਂਬਰ ਤੇ ਬਣੀ ਜਾਵਾਂ, ਅੱਗੇ ਬੈਠਣਾ ਸਭ ਤੋਂ ਅੱਗੇ ਲੱਗਣਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੂੰ ਅੱਗੇ ਬੈਠ, ਕਿਉਂਕਿ ਕਈ ਵਾਰੀ ਸਿਆਣਾ ਟੀਚਰ ਵੇਖਦਾ ਪਿੱਛੇ ਬੱਚਾ ਬਿਲਕੁਲ ਨਲਾਇਕ ਬੈਠਾ ਹੈ, ਉਹਨੂੰ ਉਠਾ ਕੇ ਆਵਾਜ਼ ਮਾਰ ਕੇ ਅੱਗੇ ਬਿਠਾਉਂਦਾ ਕਿ ਅੱਗੇ ਆ ਜਾ, ਵੀ ਘੱਟੋ ਘੱਟ ਚੱਲ ਪੜ੍ਹੇਗਾ ਨਾ, ਹੈ ਤਾਂ ਨਲਾਇਕ ਹੀ, ਤੇ ਨਲਾਇਕੀਆਂ ਜਿਹੜੀਆਂ ਕਰਦਾ ਪਿੱਛੇ ਬੈਠਾ ਸ਼ਰਾਰਤਾਂ ਤਾਂ ਨਾ ਕਰੇਗਾ, ਹੋਰਾਂ ਦਾ ਕੰਮ ਤਾਂ ਨਾ ਖਰਾਬ ਕਰੇ। ਗੁਰੂ ਸਾਹਿਬ ਨੇ ਅੱਗੇ ਬਿਠਾ ਲਿਆ। ਔਰ ਇੱਕ ਬੜਾ ਵੱਡਾ ਉਹ ਦਿਨ ਭਾਣਾ ਕਹਿ ਲਈ ਵਾਪਰਿਆ, ਖੇਡ ਵਾਪਰੀ, ਗੁਰੂ ਸਾਹਿਬ ਨੇ ਵਰਤਾਈ। ਇੱਕ ਮੁਸਲਮਾਨ ਫਕੀਰ ਆਇਆ, ਕਿਸੇ ਮੁਸਲਮਾਨ ਪੀਰ ਦਾ ਚੇਲਾ ਸੀ, ਔਰ ਸੱਚਮੁੱਚ ਅੰਦਰੋਂ ਜੁੜਿਆ ਹੋਇਆ ਬੰਦਗੀ ਕਰਨ ਵਾਲਾ, ਕਿ ਪੀਰ ਨੂੰ ਕਵੇ ਇੰਨੇ ਸਾਲ ਹੋ ਗਏ ਨੇ ਪੀਰ ਜੀ ਮੈਂ ਸੇਵਾ ਕਰ ਰਿਹਾ, ਤੁਹਾਡੇ ਨਾਲ ਰਹਿ ਰਿਹਾ, ਤੁਸੀਂ ਕਹਿੰਦੇ ਹੋ ਰੱਬ ਹਰ ਥਾਂ ਤੇ, ਹਰ ਗੁਰੂ ਸਾਹਿਬ ਦਾ ਪਾਵਣਾ ਚ ਬਚਨ ਵੀ ਹਰ ਥਾਂ ਤੇ, ਜੈ ਜੈ ਪੇਖੋਂ ਤਹਿ ਹਜੂਰ, ਪਰ ਉਹ ਖੁਦਾ ਮੈਨੂੰ ਇਹ ਤਾਂ ਵਿਖਾ ਦਿਓ। ਉਹ ਪੀਰ ਨੇ ਕੋਈ ਜਵਾਬ ਦਿੱਤਾ ਕਿ ਮੈਂ ਤੇ ਇੱਥੋਂ ਤੱਕ ਹੀ ਪਹੁੰਚਿਆ, ਵੇਖਿਆ ਹਜੇ ਮੈਂ ਵੀ ਨਹੀਂ, ਇੰਨਾ ਪਤਾ ਹੈ ਹਰ ਥਾਂ ਤੇ ਜੇ ਤੂੰ ਵੇਖਣਾ ਚਾਹੁੰਦਾ ਫਿਰ ਛੇਵੇਂ ਪਾਤਸ਼ਾਹ ਜੀ ਦੇ ਕੋਲ ਜਾ। ਕੀਰਤਪੁਰ ਸਾਹਿਬ ਮੇਰੇ ਪੀਰੇ ਦਾ ਮਾਲਕ ਉਹਨੂੰ ਕਹਿੰਦੇ ਨੇ, ਛੇਵੇਂ ਪਾਤਸ਼ਾਹ ਸਿੱਖਾਂ ਦੇ ਗੁਰੂ ਨੇ। ਜੇ ਤੂੰ ਪਹਿਲੋਂ ਮਿਲਣਾ ਚਾਹੁੰਦਾ ਤਾਂ ਫਿਰ ਉਹੀ ਮਿਲਾ ਸਕਦੇ, ਮੈਂ ਤਾਂ ਹਜੇ ਆਪ ਨਹੀਂ ਮਿਲਿਆ। ਅੰਦਰੋਂ ਪ੍ਰੇਮ ਦਾ ਬੱਝਾ ਹੋਇਆ ਆਇਆ, ਔਰ ਸਤਿਗੁਰੂ ਦੇ ਜਦੋਂ ਚਰਨਾਂ ਵਿੱਚ ਆਇਆ, ਹੱਥ ਜੋੜ ਕੇ ਖੜਾ, ਕਿਉਂਕਿ ਨਵਾਂ ਬੰਦਾ ਕੋਈ ਵੀ ਆਵੇ, ਪਹਿਰਾਵਾ ਵੀ ਮੁਸਲਮਾਨਾਂ ਵਾਲਾ ਵੱਖਰਾ ਸੀ, ਆਇਆ ਵੀ ਪਹਿਲੀ ਵਾਰ ਸੀ, ਤੇ ਕੁਦਰਤੀ ਤੌਰ ਤੇ ਫਿਰ ਸਾਰਿਆਂ ਦਾ ਧਿਆਨ ਜਾਂਦਾ ਹੈ ਕਿ ਕੌਣ ਆਇਆ। ਸਤਿਗੁਰੂ ਜੀ ਨੇ ਪੁੱਛਿਆ ਭਾਈ ਕੌਣ ਹੈ, ਕੀ ਚਾਹੁੰਦਾ ਹੈ? ਉਹਨੇ ਅਸਲ ਵਿੱਚ ਆਪਣਾ ਨਾਂ ਨਹੀਂ ਦੱਸਿਆ, ਤੇ ਇੱਕੋ ਗੱਲ ਹੱਥ ਜੋੜ ਕੇ ਕਹੀ ਕਿ हे ਸਤਿਗੁਰੂ ਜਾਨੀ ਕੋ ਜਾਨੀ ਸੇ ਮਿਲਾ ਦੂ। ਅਸਲ ਵਿੱਚ ਨਾਂ ਹੁੰਦਾ ਜਾਨੀ ਖਾਨ ਹੈ। ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ ਕੀ ਮੰਗਿਆ, ਦੱਸੀ ਕੀ ਚਾਹੁੰਦਾ ਹੈ? ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਸੰਗਤ ਸੁਣ ਰਹੀ ਹੈ, ਔਰ ਗੁਰੂ ਸਾਹਿਬ ਨੇ ਤੀਜੀ ਵਾਰੀ ਫਿਰ ਕਿਹਾ ਜਾਨੀ, ਕਹਿੰਦੇ ਕੀ ਚਾਹੀਦਾ ਹੈ? ਕਹਿੰਦੇ ਬਸ ਕੇਵਲ ਜਾਨੀ ਕੋ ਜਾਨੀ ਸੇ ਮਿਲਾ ਦੋ। ਉਹ ਜਾਨੀ ਖੁਦਾ ਨੂੰ ਕਹਿ ਰਿਹਾ ਹੈ, ਜਾਨੀ ਖਾਨ ਦਾ ਨਾਂ ਹੈ। ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਨੂੰ ਆਵਾਜ਼ ਮਾਰੀ, ਕਹਿੰਦੇ ਦੋ ਸਿੱਖ ਨਾਲ ਲਵੋ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਆਓ। ਔਰ ਸੰਗਤਾਂ ਦਾ ਧਿਆਨ ਜਦੋਂ ਸਦੋਂ ਕਹਿੰਦੇ ਨੇ ਜਿਵੇਂ ਕੰਨ ਖੜੇ ਹੋ ਜਾਂਦੇ ਨੇ ਕਿ ਇਹ ਕੀ,
ਗੁਰੂ ਦਾ ਸੁਭਾਅ ਇਵੇਂ ਦਾ ਵੀ ਹੈ। ਇੱਕ ਤੇ ਆ ਕੇ ਕਹਿੰਦਾ ਰੱਬ ਨੂੰ ਮਿਲਣਾ ਹੈ, ਮਿਲਾ ਦਿਓ, ਤੇ ਗੁਰੂ ਸਾਹਿਬ ਜੀ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ। ਇਵੇਂ ਦੇ ਬੜੇ ਆਉਂਦੇ ਨੇ, ਅਸਲ ਵਿੱਚ ਉਹਨੂੰ ਧੱਕੇ ਵੀ ਮਾਰੇ ਗਏ। ਭਾਈ ਬਿਧੀ ਚੰਦ ਸੰਗਤ ਤੋਂ ਬਾਹਰ ਦੂਰ ਤੱਕ ਛੱਡ ਕੇ ਆਇਆ, ਪਰ ਜਿੱਥੋਂ ਤੱਕ ਧੱਕੇ ਮਾਰ ਕੇ ਕੱਢਿਆ, ਜਿੱਥੋਂ ਧੱਕੇ ਮਾਰਨੇ ਛੱਡ ਦਿੱਤੇ, ਉਹ ਉੱਥੇ ਬੈਠ ਗਿਆ। ਖੜਾ ਰਿਹਾ, ਥੱਕ ਗਿਆ, ਬੈਠ ਗਿਆ। ਸ਼ਾਮ ਪੈ ਗਈ, ਰਾਤ ਲੰਘ ਗਈ। ਗੁਰੂ ਸਾਹਿਬ ਜੀ ਸਵੇਰੇ ਜਦੋਂ ਦੀਵਾਨ ਲੱਗਾ, ਆਸਾ ਕੀ ਵਾਰ ਦਾ ਭੋਗ ਪਾਇਆ ਗਿਆ, ਕਿਉਂਕਿ ਸਤਿਗੁਰੂ ਜੀ ਦਾ ਧਿਆਨ ਤੇ ਹੈ ਸੀ ਉੱਧਰ ਹੀ ਨਾ, ਕਿ ਬਿਧੀ ਚੰਦ ਉਹ ਕੱਲ੍ਹ ਇੱਕ ਆਇਆ ਸੀ ਜਾਨੀ ਨੂੰ ਮਿਲਣ ਵਾਲਾ, ਉਹ ਚਲਾ ਗਿਆ, ਭੱਜ ਗਿਆ। ਬਿਧੀ ਚੰਦ ਕਹਿੰਦਾ ਸਤਿਗੁਰੂ ਜੀ ਨੇ ਜਿੱਥੋਂ ਤੱਕ ਧੱਕੇ ਮਾਰੇ ਸੀ, ਕੱਢਿਆ ਸੀ, ਤੇ ਉੱਥੇ ਬੈਠਾ। ਉਸ ਤੋਂ ਬਾਅਦ ਗਿਆ ਨਹੀਂ, ਕਿਉਂਕਿ ਇੱਕ ਤੇ ਉਹਨੂੰ ਸਮਝਾਉਣਾ ਸੀ ਜਿਹੜਾ ਕਹਿੰਦਾ ਕਿ ਗੁਰੂ ਹੁਕਮ ਕਰੇਗਾ ਤੇ ਮੈਂ ਹਰ ਕੰਮ ਕਰਾਂਗਾ, ਸੇਵਾ ਕਰਾਂਗਾ, ਤੇ ਦੂਜਾ ਸਾਖੀ ਜਿੰਦੇ ਵਿੱਚੋਂ ਸਾਨੂੰ ਸਿੱਖਿਆ ਬੜੀ ਮਿਲਦੀ ਹੈ ਕਿ ਜੇ ਗੁਰੂ ਧੱਕੇ ਵੀ ਮਾਰੇ ਨਾ, ਗੁਰੂ ਦਾ ਦਰ ਛੱਡ ਕੇ ਜਾਈ ਨਾ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਸ਼ਲੋਕ ਵਾਰਾਂ ਤੇ ਵਧੀਕ ਵਿੱਚ, ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸੁਆਮੀ ਕੋ ਗ੍ਰਹਿ ਜੋ ਸਦਾ, ਸੁਵਾਣ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਉੱਥੇ ਤੁਲਨਾ ਕੁੱਤੇ ਦੇ ਨਾਲ ਦਿੱਤੀ, ਔਰ ਵਫਾਦਾਰ ਕੁੱਤੇ ਦੇ ਨਾਲ, ਕਿ ਮਾਲਕ ਗੁੱਸੇ ਵਿੱਚ ਆ ਕੇ ਕਈ ਵਾਰੀ ਉਹਨੂੰ ਛਿੱਤਰ ਵੀ ਮਾਰਦਾ ਹੈ, ਮਾਰ ਮਾਰ ਕੇ ਘਰੋਂ ਬਾਹਰ ਵੀ ਭਜਾਉਂਦਾ ਕਿ ਭੱਜਦਾ, ਪਰ ਉਹ ਕੁੱਤਾ ਆਪਣੇ ਮਾਲਕ ਦਾ ਘਰ ਛੱਡ ਕੇ ਜਾਂਦਾ ਨਹੀਂ, ਭਾਵੇਂ ਜੁੱਤੀਆਂ ਤੇ ਪੈ ਜਾਣ, ਧੱਕੇ ਤੇ ਭਾਵੇਂ ਪੈ ਜਾਣ, ਪਰ ਜਾਨੇ ਖਾਂ ਆਪਣੇ ਮਾਲਕ ਦਾ ਘਰ ਛੱਡ ਕੇ ਗਿਆ ਨਹੀਂ। ਸਤਿਗੁਰੂ ਜੀ ਉੱਥੇ ਬੈਠਾ ਤੇ ਕੱਲ ਦਾ ਇੱਕੋ ਹੀ ਗੱਲ ਕਹਿ ਰਿਹਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਬੋਲ ਬੋਲ ਕੇ ਉਹਦਾ ਜਿਹੜਾ ਗਲਾ ਹੈ ਉਹ ਵੀ ਸੁੱਕ ਗਿਆ ਹੈ, ਮੂੰਹ ਦੇ ਵਿੱਚੋਂ ਥੁੱਕ ਜਿਹੜੇ ਨੇ ਉਹ ਸੁੱਕ ਗਏ ਨੇ। ਕੱਲ ਦਾ ਨਾ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਅੱਗੇ ਪਰਦਾ ਲਾ ਦਿਓ, ਭੱਜ ਜੇਗਾ। ਅੱਗੇ ਪਰਦਾ ਲਾ ਦਿੱਤਾ। ਅਗਲਾ ਦਿਨ ਵੀ ਲੰਘ ਗਿਆ, ਤੀਜਾ ਦਿਨ ਲੰਘ ਗਿਆ, ਔਰ ਚੌਥੇ ਦਿਨ ਗੁਰੂ ਸਾਹਿਬ ਜੀ ਫਿਰ ਪੁੱਛਦੇ ਨੇ, ਭਾਈ ਉਹ ਜਿੰਦੇ ਅੱਗੇ ਪਰਦਾ ਲਾਏ ਸੀ ਗਿਆ ਚਲਾ ਕਿ ਨਹੀਂ? ਤੇ ਭਾਈ ਬਿਧੀ ਚੰਦ ਜੀ ਹੱਥ ਜੋੜ ਕੇ ਕਹਿੰਦੇ ਨੇ, ਸਤਿਗੁਰੂ ਜੀ ਹੁਣ ਤੇ ਲੱਗਦਾ ਉਹ ਮਰ ਕੇ ਜਾਏਗਾ, ਸਰੀਰ ਕਮਜ਼ੋਰ ਹੋ ਗਿਆ, ਰੰਗ ਪੀਲਾ ਪੈ ਗਿਆ ਹੈ, ਬੋਲਿਆ ਨਹੀਂ ਜਾਂਦਾ, ਪਰ ਬੋਲਦਾ ਫਿਰ ਵੀ ਥੋੜਾ ਥੋੜਾ ਇੰਨਾ ਕੋਈ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਉੱਠੇ, ਸੰਗਤ ਵੇਖ ਰਹੀ, ਗੁਰੂ ਸਾਹਿਬ ਜੀ ਆਪ ਉੱਠ ਕੇ ਗਏ ਕਿ ਜਾਨੀ ਖਾਂ ਕੀ ਚਾਹੀਦਾ ਹੈ? ਜਾਨੀ ਖਾਂ ਫਿਰ ਕਹਿੰਦਾ ਕਿ ਸਤਿਗੁਰੂ ਜਾਨੀ ਕੋ ਜਾਨੀ ਸੇ ਮਿਲਾ ਦੋ। ਜਾਨੀ ਖਾਂ ਅੱਜ ਮਿਲਣਾ ਹੈ, ਸਤਿਗੁਰੂ ਜੀ ਕਿਰਪਾ ਕਰੋ ਅੱਜ ਹੀ ਮਿਲਾ ਦਿਓ। ਔਰ ਗੁਰੂ ਸਾਹਿਬ ਜੀ ਕਹਿੰਦੇ ਹੁਣੇ ਮਿਲਣਾ ਹੈ। ਉਹ ਜਿੰਦੇ ਅੰਦਰ ਸਵਾਸ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਸਵਾਸ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਸਰੀਰ ਕਮਜ਼ੋਰ ਸੀ, ਤੇ ਜਦੋਂ ਕਿਹਾ ਹੁਣੇ ਮਿਲਣਾ ਹੈ, ਜਾਨੇ ਖਾਂ ਦੇ ਅੰਦਰ ਪਤਾ ਨਹੀਂ ਕਿੱਥੋਂ ਤਾਕਤ ਆਈ, ਇੱਕਦਮ ਸੁਚੇਤ ਹੋਇਆ, ਸਤਿਗੁਰੂ ਕਿਰਪਾ ਕਰੋ ਹੁਣੇ ਮਿਲਾ ਦਿਓ। ਔਰ ਉਹ ਜਿਹੜਾ ਸਿੱਖ ਕਹਿੰਦਾ ਸੀ ਗੁਰੂ ਸਾਹਿਬ ਜੀ ਹੁਕਮ ਕਰਨ ਕਿਤੇ ਮੰਨਾਂਗਾ, ਉਹ ਵੀ ਨਾਲ ਵੇਖ ਰਿਹਾ ਹੈ। ਸਤਿਗੁਰੂ ਕਹਿੰਦੇ ਉਹ ਸਾਹਮਣੇ ਦਰਿਆ ਚੱਲਦਾ, ਜਾ ਭੱਜ ਕੇ ਜਾ ਛਾਲ ਮਾਰ ਵਿੱਚ, ਉੱਥੇ ਖੁਦਾ ਮਿਲ ਜਾਏਗਾ। ਬਸ ਉਹਦੇ ਮੂੰਹ ਤੇ ਖੇੜਾ ਸੀ, ਗੁਰੂ ਸਾਹਿਬ ਨੇ ਹੁਕਮ ਕੀਤਾ, ਜਿਉਂ ਭੱਜਿਆ। ਔਰ ਨਾਲ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਬਿਧੀ ਚੰਦ ਦੇ ਪਿੱਛੇ ਜਾਇਓ, ਕਿਉਂਕਿ ਇਹਨੇ ਪਿੱਛੇ ਮੁੜ ਕੇ ਨਹੀਂ ਵੇਖਣਾ, ਔਰ ਛਾਲ ਇਹਨੇ ਮਾਰ ਦੇਣੀ ਹੈ, ਕਿਉਂਕਿ ਭਰੋਸਾ ਲੈ ਕੇ ਆਏ, ਇਹਦੇ ਅੰਦਰ ਦੀ ਸ਼ਰਧਾ ਘਟਣੀ ਨਹੀਂ। ਉਹਨੇ ਜਾ ਕੇ ਛਾਲ ਮਾਰੀ, ਸਿੰਘਾਂ ਨੇ ਕੱਢ ਲਿਆ। ਸਤਿਗੁਰੂ ਜੀ ਆਪ ਘੋੜੇ ਤੇ ਚੜ੍ਹ ਕੇ ਗਏ, ਸਿੱਖ ਸੰਗਤ ਨਾਲ ਪਿੱਛੇ ਗਈ। ਜਦੋਂ ਪਾਣੀ ਦੇ ਵਿੱਚੋਂ ਬਾਹਰ ਕੱਢਿਆ, ਸਤਿਗੁਰੂ ਕਹਿੰਦੇ ਨੇ ਜਾਨੀ ਰੱਬ ਮਿਲ ਗਿਆ, ਖੁਦਾ ਮਿਲ ਗਿਆ। ਇੰਨੀ ਗੱਲ ਕਹੀ, ਉਸ ਜਾਨੀ ਖਾਂ ਨੇ ਗੁਰੂ ਸਾਹਿਬ ਦੇ ਚਿਹਰੇ ਵੇਲੇ ਜਦੋਂ ਨਿਗਾਹ ਭਰ ਕੇ ਦੇਖੀ ਤੇ ਬਸ ਬਾਗੋ ਬਾਗ ਹੋ ਗਿਆ। ਕਹਿੰਦਾ ਸਤਿਗੁਰੂ ਜੀ ਮਿਲ ਗਿਆ, ਗੁਰੂ ਕੇ ਸਿੱਖੋ ਮੈਨੂੰ ਖੁਦਾ ਮਿਲ ਗਿਆ। ਕਿੱਥੇ ਮਿਲਿਆ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਹੀ ਖੁਦਾ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਆਪ ਹੀ ਖੁਦਾ ਨੇ, ਮੈਨੂੰ ਖੁਦਾ ਮਿਲ ਗਿਆ ਹੈ।
ਔਰ ਉਹ ਸਿੱਖ ਵਾਲੇ ਗੁਰੂ ਸਾਹਿਬ ਜੀ ਵੇਖ ਕੇ ਕਹਿੰਦੇ ਨੇ, ਭਾਈ ਸਿੱਖਾ ਮੰਨੇਗਾ ਹੁਕਮ? ਕਿ ਗੁਰੂ ਹੁਕਮ ਕਰੇਗਾ ਸੇਵਾ ਤਾਂ ਕਰਨੀ, ਗੁਰੂ ਦੇ ਹੁਕਮ ਐਵੇਂ ਦੇ ਹੁੰਦੇ ਨੇ। ਪਰ ਪਹਿਲੋਂ ਸਿੱਖਾਂ ਦਾ ਹੁਕਮ ਮੰਨਣਾ ਸਿੱਖ, ਸੰਗਤ ਦੇ ਭਾਂਡੇ ਮਾਂਜ। ਤੇ ਜੇ ਸੰਗਤ ਦਾ ਹੁਕਮ ਤੈਨੂੰ ਮੰਨਣਾ ਆ ਗਿਆ ਤੇ ਫਿਰ ਗੁਰੂ ਵੀ ਹੁਕਮ ਕਰੇਗਾ। ਤੇ ਗੁਰੂ ਦੇ ਹੁਕਮ ਇਵੇਂ ਦੇ ਹੁੰਦੇ ਨੇ। ਕਈ ਵਾਰੀ ਕਹਿ ਦਿੰਦੇ ਨਾ, ਬੱਚੇ ਪੇਪਰ ਬਾਹਰੋਂ ਆ ਗਿਆ, ਨੰਬਰ ਘੱਟ ਰਹਿ ਗਏ, ਪਰ ਜਿਹੜੇ ਇੰਟੈਲੀਜੈਂਟ ਹੁੰਦੇ ਨੇ ਉਹਨਾਂ ਨੂੰ ਪਤਾ ਕਿ ਭਾਵੇਂ ਬਾਹਰੋਂ ਆਇਆ, ਅਸਲ ਵਿੱਚ ਬਾਹਰੋਂ ਆਇਆ ਨਹੀਂ। ਸਵਾਲ ਉਹੀ ਹੈ, ਕੁਛ ਘੁਮਾ ਫਰਾ ਕੇ ਹੋਰ ਤਰੀਕੇ ਦੇ ਨਾਲ ਲਿਖ ਦਿੱਤਾ ਹੈ। ਉਹ ਫਿਰ ਜੋ ਕੁਛ ਉਹਨਾਂ ਨੇ ਪੜ੍ਹਿਆ ਹੁੰਦਾ ਨਾ, ਅੰਦਾਜ਼ਾ ਜਿਹਾ ਲਾ ਕੇ ਕਿ ਇਹ ਸਵਾਲ ਇਹਨਾਂ ਨੇ ਉਲਟ ਕੇ ਘੁਮਾ ਫਰਾ ਕੇ ਪਾਇਆ ਹੈ ਇਹੀ। ਅਸਲ ਵਿੱਚ ਸਵਾਲ ਤਾਂ ਉਹੀ ਸੀ ਕਿ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਹੁਕਮ ਮੰਨਿਆ ਹੋਇਆ ਪ੍ਰਵਾਨ, ਪਰ ਹੁਕਮ ਕਿਹੜੇ ਢੰਗ ਨਾਲ ਕਰਦੇ ਤੇ ਗੁਰੂ ਜਾਣਦਾ ਹੈ ਹਰ ਥਾਂ 'ਤੇ। ਅੱਜ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ ਹੁਕਮ ਮੰਨ ਜਾਏਗਾ, ਜਦੋਂ ਅੰਦਰ ਭਰੋਸਾ ਬਣ ਜਾਏਗਾ, ਫਿਰ ਹੈ ਹਰ ਥਾਂ 'ਤੇ। ਜੈ ਜੈ ਪੇਖੋਂ ਤਹਿ ਹਜੂਰ। ਤੇ ਹਰ ਥਾਂ 'ਤੇ ਕਿਵੇਂ ਹੈ? ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਬੇਨਤੀ ਕਹੇ ਨੇ, ਕਹਿੰਦੇ ਸੰਤੋ ਘਟ ਘਟ ਰਹਿਆ ਸਮਾਇਓ, ਹਰ ਇੱਕ ਹਿਰਦੇ ਦੇ ਵਿੱਚੋਂ ਸਮਾਇਆ ਹੋਇਆ ਹੈ। ਤੂੰ ਅੰਦਰੋਂ ਵੇਖ, ਹਰ ਥਾਂ 'ਤੇ ਹੈ। ਕਹਿੰਦੇ ਪੂਰਨ ਪੂਰ ਰਹਿਓ ਸਰਬ ਮੈਂ, ਜਲ ਤਲ ਮਹੀ ਲਿਆਇਓ। ਹਰ ਥਾਂ 'ਤੇ ਜਲ ਵਿੱਚ, ਥਲ ਵਿੱਚ, ਸਾਰੀਆਂ ਥਾਵਾਂ 'ਤੇ ਹੈ। ਫਿਰ ਉਦਾਹਰਣ ਦਿੰਦੇ ਕਿਵੇਂ? ਕਹਿੰਦੇ ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਤ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾ ਦੋ ਜੀਆ। ਹੁਣ ਬਸੰਤਰ ਹਰ ਇੱਕ ਲੱਕੜ ਦੇ ਵਿੱਚ ਹੈ, ਹਰ ਇੱਕ ਰੁੱਖ ਦੇ ਵਿੱਚ ਹੈ। ਇੱਥੋਂ ਤੱਕ ਕਿ ਛੋਟਾ ਜਿਹਾ ਜਿਹੜਾ ਬੂਟਾ ਕੋਈ ਵੀ ਧਰਤੀ ਦੇ ਵਿੱਚ ਉੱਗਿਆ, ਉਹਦੇ ਵਿੱਚ ਅੱਗ ਹੈ। ਔਰ ਕਹਿ ਲਈਏ ਕਿ ਅੱਗ ਤੋਂ ਬਿਨਾਂ ਉੱਗਦਾ ਹੀ ਨਹੀਂ। ਪਰ ਉਹ ਅੱਗ ਜੇ ਕੋਈ ਕਵੇ ਕਿ ਨਜ਼ਰ ਕੋਈ ਨਹੀਂ ਆਉਂਦੀ, ਤੇ ਫਿਰ ਉਹ ਬੇਵਕੂਫੀ ਹੈ ਨਾ। ਲੱਕੜ ਨੂੰ ਵੇਖ ਕੇ ਕਵੇ ਕਿ ਕਿੱਥੇ ਅੱਗ ਹੈ, ਅੱਗ ਦੇ ਵਿੱਚ ਹੀ, ਪਰ ਬਾਹਰੋਂ ਲਾਉਣੀ ਪਏਗੀ। ਦੁੱਧ ਸਾਹਮਣੇ ਰੱਖ ਦੇ ਕੇ ਵਿਖਾ ਕਿੱਥੇ ਘਿਓ, ਤੂੰ ਕਹਿੰਦਾ ਹਰ ਇੱਕ ਥਾਂ 'ਤੇ, ਹਰ ਇੱਕ ਦੁੱਧ ਵਿੱਚ ਘਿਓ ਹੈ। ਤੇ ਫਿਰ ਸਿਆਣੀ ਬੀਬੀ, ਸਿਆਣਾ ਕੋਈ ਵੇਖਣ ਵਾਲਾ ਕਹੇਗਾ, ਭਾਈ ਦੁੱਧ ਦੇ ਵਿੱਚ ਮੱਖਣ ਹੈ, ਪਰ ਉਹ ਤਰੀਕਾ ਹੈ, ਇਹਨੂੰ ਜਾਗ ਲਾਏਗਾ, ਮੱਖਣ ਨਿਕਲੇਗਾ, ਮੱਖਣ ਨੂੰ ਫਿਰ ਗਰਮ ਕਰੇਗਾ ਤਾਂ ਘਿਓ ਨਿਕਲਣਾ ਹੈ। ਰੱਬ ਹੈ, ਹਰ ਥਾਂ 'ਤੇ ਹੈ, ਤੇਰੇ ਵੀ ਅੰਦਰ ਹੈ। ਪਰ ਗੁਰੂ ਸਾਹਿਬ ਦੇ ਹੁਕਮ ਨੂੰ ਤੇ ਮੰਨ, ਉਹਨੂੰ ਖੋਜ ਤੇ ਸਹੀ, ਲੱਭ ਤੇ ਸਹੀ। ਤੇ ਜੇ ਤੂੰ ਕਵੇਂ ਕਿ ਮੈਨੂੰ ਖੋਜਣ ਦੀ ਵੀ ਲੋੜ ਨਾ ਪਵੇ, ਖੋਜਣ ਦੀ ਲੋੜ ਹੀ ਨਹੀਂ, ਮੈਂ ਤੇ ਭੇਟਾ ਦੇ ਦੇਣੀ, ਪਾਠ ਤੁਸੀਂ ਪੜ੍ਹ ਦਿਓ, ਰੱਬ ਮੈਨੂੰ ਮਿਲ ਜੇ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਐਵੇਂ ਗੁਰੂ ਵੀ ਨਹੀਂ ਮਿਲਾ ਸਕਦਾ। ਉਹ ਤੇ ਹਰ ਥਾਂ 'ਤੇ ਤੂੰ ਭਰੋਸਾ ਬਣਾ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਵੇਂ? ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਮਨਾ, ਉਹਨੂੰ ਤੂੰ ਬਸ ਧਿਆ, ਉਹਨੂੰ ਜਪ, ਉਹਨੂੰ ਖੋਜ। ਰਹਾਉ ਦੀਆਂ ਪੰਕਤੀਆਂ ਦੇ ਅਰਥ ਆਪਾਂ ਅੱਗੇ ਕੀਤੇ ਨੇ। ਅਗਲੇ ਪਦੇ 'ਚ ਗੁਰੂ ਸਾਹਿਬ ਕਹਿੰਦੇ ਨੇ, ਉਹ ਪਰਮੇਸ਼ਰ ਦੀ ਸਿਫਤ ਕਰਦੇ ਆ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾ ਕਾ ਰੂਪ ਅਛਲ। ਇੱਕ ਸ਼ਬਦ ਹੁੰਦਾ ਛਲ, ਛਲ ਦੇ ਅੱਗੇ ਅਗੇਤਰ ਲੱਗਿਆ ਐੜਾ, ਅਛਲ। ਉਹ ਰੱਬ ਨੂੰ ਛਲਿਆ ਨਹੀਂ ਜਾ ਸਕਦਾ। ਵੀ ਇਹ ਪਾਠ ਕਰਵਾ ਕੇ, ਲੰਗਰ ਲਵਾ ਕੇ, ਤੀਰਥਾਂ 'ਤੇ ਜਾ ਕੇ, ਇਹਦੇ ਨਾਲ ਸਾਰੇ ਕੁਝ ਕਰਨ ਦੇ ਨਾਲ ਲੋਕ ਤਾਂ ਜ਼ਰੂਰ ਖੁਸ਼ ਹੋ ਜਾਣਗੇ। ਪਰ ਬਾਬਾ ਕਬੀਰ ਜੀ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਵੀ ਲੋਕ ਪਤੀਣੇ ਕਛੂ ਨਾ ਹੋਵੇ। ਲੋਕਾਂ ਦੇ ਖੁਸ਼ ਹੋਣ ਨਾਲ ਤੇਰਾ ਭਲਾ ਕਿਤੇ ਨਹੀਂ ਹੋਣਾ, ਕੁਛ ਨਹੀਂ ਬਣਨਾ। ਕਿਉਂਕਿ ਨਹੀਂ ਰਾਮ ਇਆਣਾ, ਰੱਬ ਕੋਈ ਨਿਆਣਾ ਥੋੜ੍ਹਾ ਹੈ ਕਿ ਉਹਨੂੰ ਛਲ ਲਵੇਗਾ। ਉੱਥੇ ਜੇ ਲੇਖੇ ਪੈਣੀ ਤੇ ਇੱਕੋ ਗੱਲ ਹੈ, ਉਹ ਤੂੰ ਜਪਿਆ ਕਿੰਨਾ, ਧਿਆਇਆ ਕਿੰਨਾ ਹੈ, ਤੂੰ ਖੋਜ ਕਿੰਨੀ ਕੁ ਕੀਤੀ। ਇੱਥੇ ਸਤਿਗੁਰੂ ਜੀ ਕਹਿੰਦੇ ਨੇ, ਉਹਨੂੰ ਛਲਿਆ ਨਹੀਂ ਜਾ ਸਕਦਾ, ਉਹ ਅਛਲ ਹੈ, ਅਛੇਦ, ਜਿਹਦੇ ਵਿੱਚ ਛੇਦ ਨਾ ਕੀਤਾ ਜਾ ਸਕਦਾ ਹੋਵੇ। ਅਖਰੀ ਅਰਥ ਨੇ, ਭਾਵ ਅਰਥ ਕਿ ਜਿਹਨੂੰ ਮਾਰਿਆ ਨਹੀਂ ਜਾ ਸਕਦਾ, ਜਿਹਦਾ ਨਾਸ਼ ਕੋਈ ਨਹੀਂ ਕਰ ਸਕਦਾ, ਜਿਹੜਾ ਅਪਾਰ ਹੈ, ਜਿਹਦਾ ਪਾਰਾਵਾਰ ਕੋਈ ਨਹੀਂ।
प्रभु ऊंचा जाका रूप, जिंदा रूप ऊंचे तो ऊंचा है। जप जप करे आनंद जन, आचर्य अनूप। कि देख मना उन्होंने जप जप के आनंद लै, आनंद मान। वो बड़ा आचर्य है तो वह अनूप है। जे तू कहें कि आचर्य किंदे वर्गा है, उनकी उपमा नहीं की जा सकती, दसिया नहीं जा सकता वो किंदे वर्गा है। अनूप का अर्थ कि जिंदी किसी के नाल तुलना नहीं की जा सकती। सा मत दे हो दयाल प्रभ, जित तुम्हें आराधा। ते अखीर ते सतगुरु धन गुरु अर्जन देव जी आप अरदास करते हैं ते सानू समझाते हैं, सिखा ये अरदास कर कि हे रब जी, सतगुरु जी कृपा करो, सानू वो बुत दिओ, वो मत दिओ कि जेड़े मत दे सदका तेनू आराध सकीए ते आ सकीए। नानक मंगै दान प्रभ, रेण पग साधा। नानक दे अखरी अर्थ धन गुरु अर्जन देव जी। सतगुरु जी आप अरदास बेनती करके कहते हैं कि जिन्हों ने जपिया है, जेड़े जपण वाले ने, हे सतगुरु जी तेरे चरणों के विच आके असी दान मंगने कि उन्होंने चरणों की सानू खाक दे, उन्होंने सानू संगत बख्श। हुई फुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहे गुरु